ਤਾਂ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ YouTube ਚੈਨਲ ਪੀਐਸਟੈਟ ਸਟੱਡੀ ਨੋਟਸ ਦੇ ਉੱਪਰ ਜੀ। ਸੋ ਪੀਐਸਟੈਟ 1 ਔਰ 2 ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਦਾ ਆਪਣਾ ਜਿਹੜਾ ਟੌਪਿਕ ਹੈ ਉਹ ਹੈ ਜੀ ਇੰਟੈਲੀਜੈਂਸੀ ਔਰ ਮਲਟੀ ਡਿਮੈਂਸ਼ਨਲ ਇੰਟੈਲੀਜੈਂਸੀ। ਸੋ ਇਸ ਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਨੇ ਹਰ ਵਾਰ ਪੀਐਸਟੈਟ ਦੇ ਵਿੱਚ ਆਉਂਦੇ ਨੇ। ਸੋ ਅੱਜ ਆਪਾਂ ਜਿਹੜਾ ਇੰਟੈਲੀਜੈਂਸੀ ਐਂਡ ਇਟਸ ਪ੍ਰਿੰਸੀਪਲ ਬੁੱਧੀ ਅਤੇ ਇਸ ਦੇ ਸਿਧਾਂਤ ਜਿਹੜੇ ਨੇ ਉਸ ਦੇ ਨਾਲ ਉਸ ਨੂੰ ਡਿਟੇਲ ਦੇ ਵਿੱਚ ਕਰਾਂਗੇ ਔਰ ਇਸ ਤੋਂ ਬਾਅਦ ਇਸ 'ਤੇ MCQs ਦੀ ਵੀਡੀਓ ਵੀ ਤੁਹਾਨੂੰ ਮਿਲ ਜਾਏਗੀ ਜੀ। ਸੋ ਨਵੇਂ ਵਿਦਿਆਰਥੀਆਂ ਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਸੀਂ ਕਾਫੀ ਜ਼ਿਆਦਾ ਇਸ ਤਰ੍ਹਾਂ ਇੱਕ ਟੌਪਿਕ ਦੀਆਂ ਵੀਡੀਓ ਡਿਟੇਲ ਦੇ ਵਿੱਚ ਔਰ ਉਸ ਤੋਂ ਬਾਅਦ MCQs ਅਪਲੋਡ ਕਰ ਚੁੱਕੇ ਹਾਂ ਜੀ, ਜਿਨ੍ਹਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਤਿਆਰੀ ਕਰ ਸਕਦੇ ਹੋ। ਔਰ ਹੁਣ ਤੱਕ ਜਿੰਨੇ ਵੀ ਅਪਲੋਡ ਵੀਡੀਓ ਨੇ ਉਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਊਗਾ ਜੀ। ਸੋ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਬੁੱਧੀ ਅਤੇ ਇਸ ਦੇ ਸਿਧਾਂਤ ਟੌਪਿਕ ਦੇ ਵਿੱਚ ਸਭ ਤੋਂ ਪਹਿਲਾਂ ਹੈ ਕਿ ਬੁੱਧੀ ਹੈ ਕੀ, ਇੰਟੈਲੀਜੈਂਸੀ ਹੈ ਕੀ। ਸੋ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੋਈ ਦੋ ਵਿਅਕਤੀ ਇੱਕੋ ਜਿਹੇ ਨਹੀਂ ਹੁੰਦੇ, ਹਰੇਕ ਵਿਅਕਤੀ ਇੱਕ ਦੂਜੇ ਨਾਲੋਂ ਭਿੰਨ ਹੁੰਦਾ ਹੈ ਜੀ। ਸੋ ਜਿਹਨੂੰ ਇੰਡੀਵਿਜੂਅਲ ਡਿਫਰੈਂਸ ਕਹਿੰਦੇ ਹਾਂ ਆਪਾਂ। ਕਈਆਂ ਦੀ ਬੁੱਧੀ ਤੇਜ਼ ਹੁੰਦੀ ਹੈ ਅਤੇ ਕਈਆਂ ਦੀ ਮੰਦ, ਕਈ ਛੇਤੀ ਕੰਮ ਕਰ ਲੈਂਦੇ ਨੇ, ਕਈ ਬਹੁਤ ਹੌਲੀ ਹੌਲੀ ਔਰ ਕਈ ਸਮੱਸਿਆਵਾਂ ਨੂੰ ਜਲਦੀ ਹੱਲ ਕਰ ਲੈਂਦੇ ਨੇ ਅਤੇ ਕਈ ਜਿਹੜੇ ਨੇ ਉਹ ਉਲਝ ਜਾਂਦੇ ਨੇ ਜੀ। ਆਧੁਨਿਕ ਜਿਹੜੇ ਮਨੋਵਿਗਿਆਨੀ ਨੇ ਇਹਨਾਂ ਨਿੱਜੀ ਭਿੰਨਤਾਵਾਂ ਵੱਲ ਜਿਹੜਾ ਵੱਧ ਧਿਆਨ ਦਿੰਦੇ ਨੇ ਔਰ ਨਿੱਜੀ ਭਿੰਨਤਾ ਜਿਹੜੀ ਹੈ ਇੰਡੀਵਿਜੂਅਲ ਡਿਫਰੈਂਸ ਜਿਹੜੇ ਨੇ ਉਹ ਬੁੱਧੀ 'ਤੇ ਆਧਾਰਿਤ ਹੁੰਦੇ ਨੇ ਜੀ। ਪਹਿਲਾਂ 2-3 ਇੰਪੋਰਟੈਂਟ ਡੈਫੀਨੇਸ਼ਨਸ ਨੇ ਉਹ ਡਾਇਰੈਕਟ ਹੀ ਪੁੱਛ ਲਈਆਂ ਜਾਂਦੀਆਂ ਨੇ ਕਿ ਕਿਸ ਦੀ ਪਰਿਭਾਸ਼ਾ ਹੈ ਬੁੱਧੀ ਦੇ ਨਾਲ ਸੰਬੰਧਿਤ। ਤਾਂ ਪਹਿਲੀ ਪਰਿਭਾਸ਼ਾ ਹੈ ਜੀ ਸਟਰਨ ਦੀ, ਜਿਸ ਦੇ ਵਿੱਚ ਉਹ ਕਹਿ ਰਿਹਾ ਕਿ ਬੁੱਧੀ ਨਵੀਂ ਸਥਿਤੀ ਵਿੱਚ ਸਮਾਯੋਜਿਤ ਯਾਨੀ ਕਿ ਐਡਜਸਟ ਹੋਣ ਦੀ ਜਿਹੜੀ ਹੈ ਐਬਿਲਿਟੀ ਹੈ, ਯੋਗਤਾ ਹੈ। ਦੂਸਰੀ ਥਾਰਨਡਾਈਕ ਦੀ ਬਹੁਤ ਇੰਪੋਰਟੈਂਟ ਹੈ ਜੀ ਡੈਫੀਨੇਸ਼ਨ ਕਿ ਬੁੱਧੀ ਪਿਛਲੇ ਅਨੁਭਵਾਂ ਦੀ ਉਪਯੋਗੀ ਵਰਤੋਂ ਯੋਗਤਾ ਹੈ। ਸੋ ਜੋ ਸਾਡੇ ਪਿਛਲੇ ਐਕਸਪੀਰੀਅੰਸ ਨੇ ਉਹਨਾਂ ਦੀ ਸਹੀ ਉਪਯੋਗੀ ਵਰਤੋਂ ਜਿਹੜੀ ਦੀ ਐਬਿਲਿਟੀ ਹੈ ਉਹਨੂੰ ਬੁੱਧੀ ਕਹਿੰਦਾ ਹੈ ਥਾਰਨਡਾਈਕ। ਔਰ ਸਪੀਅਰਮੈਨ ਕਹਿੰਦਾ ਕਿ ਸੰਪੇਖਿਤ ਚਿੰਤਨ ਜਿਹੜਾ ਉਹ ਬੁੱਧੀ ਹੈ ਜੀ। ਸੋ ਉਪਰੋਕਤ ਪਰਿਭਾਸ਼ਾਵਾਂ ਦੇ ਅਨੁਸਾਰ ਅਸੀਂ ਕਹਿ ਸਕਦੇ ਹਾਂ ਕਿ ਬੁੱਧੀ ਅਮੂਰਤ ਚਿੰਤਨ ਦੀ ਯੋਗਤਾ, ਅਨੁਭਵਾਂ ਦੇ ਲਾਭ ਉਠਾਉਣ ਦੀ ਯੋਗਤਾ, ਆਪਣੇ ਵਾਤਾਵਰਨ ਵਿੱਚ ਸਮਾਯੋਜਨ ਯਾਨੀ ਕਿ ਐਡਜਸਟਮੈਂਟ ਕਰਨ ਦੀ ਐਬਿਲਿਟੀ ਯੋਗਤਾ, ਸਿੱਖਣ ਦੀ ਯੋਗਤਾ, ਸਮੱਸਿਆ ਸਮਾਧਾਨ ਪ੍ਰੋਬਲਮ ਸੋਲਵ ਕਰਨ ਦੀ ਯੋਗਤਾ ਐਬਿਲਿਟੀ ਅਤੇ ਸੰਬੰਧਾਂ ਨੂੰ ਸਮਝਣ ਦੀ ਜਿਹੜੀ ਯੋਗਤਾ ਹੈ ਉਹ ਬੁੱਧੀ ਹੈ ਜੀ। ਬੁੱਧੀ ਹੈ ਕੀ ਨਹੀਂ ਬਹੁਤ ਇੰਪੋਰਟੈਂਟ ਹੈ ਬਣ ਜਾਂਦਾ ਹੈ। ਕਈ ਵਾਰੀ ਆਪਾਂ ਜਿਹੜਾ ਗਿਆਨ ਨੂੰ, ਨੌਲੇਜ ਨੂੰ ਬੁੱਧੀ ਕਹਿ ਦਿੰਦੇ ਹਾਂ। ਸੋ ਬੁੱਧੀ ਗਿਆਨ ਨਹੀਂ ਹੈ, ਯਾਦ ਰੱਖਣਾ। ਜੇਕਰ ਪੇਪਰ ਦੇ ਵਿੱਚ ਆਉਂਦਾ ਕਿ ਬੁੱਧੀ ਗਿਆਨ ਹੈ ਤਾਂ ਬੁੱਧੀ ਗਿਆਨ ਨਹੀਂ ਹੈ। ਦੂਸਰਾ ਇਹ ਹੈ ਕਿ ਯਾਦਦਾਸ਼ਤ ਨਹੀਂ ਹੈ। ਮੈਮਰੀ ਨੂੰ ਆਪਾਂ ਬੁੱਧੀ ਨਹੀਂ ਕਹਿ ਸਕਦੇ। ਘੱਟ ਬੁੱਧੀ ਵਾਲਿਆਂ ਦੀ ਯਾਦਦਾਸ਼ਤ ਕਈ ਵਾਰ ਜਿਹੜੀ ਆ ਉਹ ਤੇਜ਼ ਹੁੰਦੀ ਹੈ। ਔਰ ਨਾ ਹੀ ਬੁੱਧੀ ਕੋਈ ਸਕਿੱਲ ਹੈ, ਨਾ ਹੀ ਕੋਈ ਕੌਸ਼ਲ ਹੈ, ਕਿਉਂਕਿ ਕੌਸ਼ਲ ਸਿੱਖਿਆ ਜਾ ਸਕਦਾ ਹੈ, ਅਭਿਆਸ ਨਾਲ ਵਿਕਸਿਤ ਕੀਤਾ ਜਾ ਸਕਦਾ ਹੈ। ਬੁੱਧੀ ਜਿਹੜੀ ਹੈ ਕਦੇ ਵੀ ਵਧਾਈ ਨਹੀਂ ਜਾ ਸਕਦੀ। ਸੋ ਜੇਕਰ ਕੁਐਸਚਨ ਆਏ ਕਿ ਹੇਠ ਲਿਖਿਆਂ ਵਿੱਚੋਂ ਬੁੱਧੀ ਕੀ ਹੈ, ਮਤਲਬ ਬੁੱਧੀ ਗਿਆਨ ਹੈ, ਯਾਦਦਾਸ਼ਤ ਹੈ ਜਾਂ ਸਕਿੱਲ ਹੈ, ਤਾਂ ਸਾਰਿਆਂ ਦਾ ਆਨਸਰ ਜਿਹੜਾ ਉਹ ਨਾ ਹੋਵੇਗਾ ਜੀ। ਸੋ ਬੁੱਧੀ ਕੀ ਹੈ ਆਪਾਂ ਉੱਪਰ ਡਿਸਕਸ ਕਰ ਚੁੱਕੇ ਹਾਂ ਕਿ ਬੁੱਧੀ ਕੀ ਹੈ। ਬੁੱਧੀ ਅਮੂਰਤ ਚਿੰਤਨ ਦੀ ਯੋਗਤਾ, ਅਨੁਭਵਾਂ ਦੇ ਲਾਭ ਉਠਾਉਣ ਦੀ ਯੋਗਤਾ, ਆਪਣੇ ਵਾਤਾਵਰਨ ਵਿੱਚ ਐਡਜਸਟ ਕਰਨ ਦੀ ਐਬਿਲਿਟੀ, ਸਿੱਖਣ ਦੀ ਯੋਗਤਾ, ਸਭ ਤੋਂ ਵੱਡੀ ਚੀਜ਼ ਸਮੱਸਿਆ ਸਮਾਧਾਨ ਦੀ ਯੋਗਤਾ ਜਿਹੜੀ ਹੈ ਔਰ ਸੰਬੰਧਾਂ ਨੂੰ, ਰਿਲੇਸ਼ਨਸ਼ਿਪ ਨੂੰ ਸਮਝਣ ਦੀ ਜਿਹੜੀ ਐਬਿਲਿਟੀ ਹੈ ਉਹ ਬੁੱਧੀ ਹੈ ਜੀ। ਅੱਗੇ ਗੱਲ ਕਰ ਲੈਂਦੇ ਹਾਂ ਜੀ ਬੁੱਧੀ ਦੀਆਂ ਕਿਸਮਾਂ। ਪਹਿਲਾਂ ਤਾਂ ਸਿੰਪਲ ਕੁਐਸਚਨ ਆ ਜਾਂਦਾ ਕਿ EL ਥਾਰਨਡਾਈਕ ਦੇ ਅਨੁਸਾਰ ਬੁੱਧੀ ਦੀਆਂ ਕਿੰਨੀਆਂ ਕਿਸਮਾਂ ਨੇ। ਤਾਂ 3 ਕਿਸਮਾਂ ਨੇ। ਕਿਹੜੀਆਂ ਨੇ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਜੀ। ਸਭ ਤੋਂ ਪਹਿਲਾਂ ਹੈ ਅਮੂਰਤ ਬੁੱਧੀ, ਜਿਹਨੂੰ ਇੰਗਲਿਸ਼ ਕਹਿੰਦੇ ਨੇ ਐਬਸਟਰੈਕਟ ਇੰਟੈਲੀਜੈਂਸ। ਸੋ ਅਮੂਰਤ ਬੁੱਧੀ ਦੇ ਵਿੱਚ ਪ੍ਰਤੀਕਾਂ, ਸ਼ਬਦਾਂ, ਅੰਕਾਂ, ਸੂਤਰਾਂ ਆਦਿ ਵਿੱਚ ਪੇਸ਼ ਸਮੱਸਿਆਵਾਂ ਨੂੰ ਸੁਲਝਾਉਣ ਦੀ ਯੋਗਤਾ ਹੈ। ਇਸ ਤਰ੍ਹਾਂ ਦੇ ਵਿਅਕਤੀ ਆਪਣੇ ਵਿਚਾਰਾਂ, ਕਲਪਨਾਵਾਂ ਦੇ ਨਾਲ ਮਾਨਸਿਕ ਪ੍ਰਤੀਤਾਵਾਂ ਦੇ ਸਹਾਰੇ ਵੱਡੀਆਂ ਸਮੱਸਿਆਵਾਂ ਦਾ ਜਿਹੜਾ ਸਮਾਧਾਨ ਹੈ ਉਹ ਕਰ ਲੈਂਦੇ ਨੇ ਜੀ। ਔਰ ਜਿਨ੍ਹਾਂ ਵਿਦਿਆਰਥੀਆਂ ਦੀ ਅਜਿਹੀ ਬੁੱਧੀ ਹੁੰਦੀ ਹੈ ਉਹ ਸਿੱਖਿਆ ਦੇ ਖੇਤਰ ਵਿੱਚ ਸ੍ਰੇਸ਼ਟ ਹੁੰਦੇ ਨੇ ਜੀ। ਕਿਹੜੇ ਵਿਦਿਆਰਥੀ? ਅਮੂਰਤ ਬੁੱਧੀ ਵਾਲੇ, ਐਬਸਟਰੈਕਟ ਇੰਟੈਲੀਜੈਂਸ ਵਾਲੇ। ਔਰ ਉਹ ਬਣਦੇ ਕੀ ਨੇ? ਸਫਲ ਕਲਾਕਾਰ, ਗਣਿਤਕਾਰ, ਮੈਥੇਮੈਟੀਸ਼ੀਅਨ, ਦਾਰਸ਼ਨਿਕ, ਫਿਲਾਸਫਰ, ਕਹਾਣੀਕਾਰ ਆਦਿ ਜਿਹੜੇ ਨੇ ਉਹ ਬਣਦੇ ਨੇ। ਔਰ ਇਸ ਨੂੰ ਸਿਧਾਂਤਕ ਬੁੱਧੀ ਵੀ ਕਿਹਾ ਜਾਂਦਾ ਹੈ। ਸੋ ਇੱਥੇ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਜਿਹੜੇ ਵਿਅਕਤੀ, ਜਿਹੜੇ ਸਫਲ ਕਲਾਕਾਰ, ਜਿਹਦੇ ਵਿੱਚ ਚਿੱਤਰਕਾਰ ਹੋ ਗਏ ਜਾਂ ਇੱਦਾਂ ਦਾ ਕੁਛ ਵੀ ਹੋ ਗਿਆ, ਗਣਿਤਕਾਰ, ਦਾਰਸ਼ਨਿਕ, ਕਹਾਣੀਕਾਰ ਆਦਿ ਬਣਦੇ ਨੇ, ਉਹਨਾਂ ਦੇ ਵਿੱਚ ਜ਼ਿਆਦਾਤਰ ਕਿਹੜੀ ਬੁੱਧੀ ਹੁੰਦੀ ਹੈ ਜੀ? ਅਮੂਰਤ ਬੁੱਧੀ। ਜਾਂ ਜਿਹੜਾ ਹੈ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਸਿਧਾਂਤਕ ਬੁੱਧੀ ਜੀ। ਜਾਂ ਇਹ ਵੀ ਕੁਐਸਚਨ ਆ ਸਕਦਾ ਹੈ ਕਿ ਸਿਧਾਂਤਕ ਬੁੱਧੀ ਨੂੰ ਹੋਰ ਕੀ ਕਿਹਾ ਜਾਂਦਾ ਹੈ? ਤਾਂ ਅਮੂਰਤ ਬੁੱਧੀ ਕਿਹਾ ਜਾਂਦਾ ਹੈ, ਜਾਂ ਅਮੂਰਤ ਬੁੱਧੀ ਨੂੰ ਹੋਰ ਕੀ ਕਿਹਾ ਜਾਂਦਾ ਹੈ? ਸਿਧਾਂਤਕ ਬੁੱਧੀ ਕਿਹਾ ਜਾਂਦਾ ਹੈ।
ਸੋ ਸਿਧਾਂਤਕ ਬੁੱਧੀ ਵਾਲੇ ਜਿਹੜੇ ਵਿਅਕਤੀ ਨੇ ਜ਼ਿਆਦਾ ਕਲਾਕਾਰ, ਗਣਿਤਕਾਰ, ਦਾਰਸ਼ਨਿਕ, ਕਹਾਣੀਕਾਰ ਜਿਹੜੇ ਨੇ ਉਹ ਬਣਦੇ ਨੇ ਜੀ। ਅਗਲਾ ਕੁਐਸਚਨ ਹੈ ਜੀ, ਮੂਰਤ ਜਾਂ ਯੰਤਰਿਕ ਬੁੱਧੀ, ਕੰਕਰੀਟ ਇੰਟੈਲੀਜੈਂਸ ਜਾਂ ਇਹਨੂੰ ਮਕੈਨੀਕਲ ਇੰਟੈਲੀਜੈਂਸ ਜਿਹੜਾ ਕਿਹਾ ਜਾਂਦਾ। ਸੋ ਇਹ ਯੰਤਰਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਜਾਂ ਉਹਨਾਂ ਦੀ ਜਾਣਕਾਰੀ ਰੱਖਣ ਦੀ ਯੋਗਤਾ ਹੈ ਜੀ। ਸੋ ਯੰਤਰ ਕੋਈ ਵੀ ਟੂਲਸ ਹੋ ਗਏ, ਉਹਨਾਂ ਦੀ ਸਹੀ ਵਰਤੋਂ, ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਦੀ ਯੋਗਤਾ। ਸੋ ਇਹ ਇਸ ਤਰ੍ਹਾਂ ਦੀ ਮਾਨਸਿਕ ਯੋਗਤਾ ਹੁੰਦੀ ਹੈ ਜਿਸ ਦੇ ਸਹਾਰੇ ਵਿਅਕਤੀ ਮੂਰਤ ਜਾਂ ਠੋਸ ਵਸਤੂਆਂ ਦੇ ਮਹੱਤਵ ਨੂੰ ਸਮਝਦਾ ਹੈ, ਉਹਨਾਂ ਬਾਰੇ ਸੋਚਦਾ ਹੈ ਅਤੇ ਆਪਣੀ ਇੱਛਾ ਅਨੁਸਾਰ ਪਰਿਵਰਤਨ ਕਰਕੇ ਉਹਨਾਂ ਨੂੰ ਉਪਯੋਗੀ ਬਣਾਉਂਦਾ ਹੈ। ਜਿਨ੍ਹਾਂ ਬਾਲਗਾਂ ਦੀ ਮੂਰਤ ਬੁੱਧੀ ਅਧਿਕ ਹੁੰਦੀ ਹੈ ਉਹ ਅੱਗੇ ਜਾ ਕੇ ਸਫਲ ਇੰਜੀਨੀਅਰ ਜਾਂ ਕੁਸ਼ਲ ਕਾਰੀਗਰ ਜਿਹੜੇ ਨੇ ਉਹ ਬਣਦੇ ਨੇ। ਇਸ ਨੂੰ ਵਿਵਹਾਰਕ ਬੁੱਧੀ ਵੀ ਕਿਹਾ ਜਾਂਦਾ ਹੈ। ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਹੈ ਮੂਰਤ ਜਾਂ ਯੰਤਰਿਕ ਬੁੱਧੀ ਨੂੰ ਹੋਰ ਕੀ ਕਿਹਾ ਜਾਂਦਾ ਜੀ? ਵਿਵਹਾਰਿਕ ਬੁੱਧੀ ਕਿਹਾ ਜਾਂਦਾ। ਸੋ ਕੁਐਸਚਨ ਆ ਸਕਦਾ ਹੈ ਕਿ ਜਿਹੜੇ ਵਿਅਕਤੀਆਂ ਦੀ ਵਿਵਹਾਰਿਕ ਬੁੱਧੀ ਹੁੰਦੀ ਹੈ ਉਹ ਜ਼ਿਆਦਾਤਰ ਕੀ ਬਣਦੇ ਨੇ? ਸਫਲ ਇੰਜੀਨੀਅਰ ਜਾਂ ਕੁਸ਼ਲ ਕਾਰੀਗਰ ਬਣਦੇ ਨੇ। ਜਾਂ ਇਹ ਵੀ ਆ ਸਕਦਾ ਕਿ ਕੋਈ ਬੱਚਾ ਜਿਹੜਾ ਹੈ ਖਿਡੌਣਿਆਂ ਨੂੰ ਤੋੜਦਾ, ਮਰੋੜਦਾ, ਉਹਨਾਂ ਤੋਂ ਨਵੇਂ ਖਿਡੌਣੇ ਬਣਾਉਂਦਾ, ਤਾਂ ਉਹਦੇ ਅੰਦਰ ਕਿਹੜੀ ਮਤਲਬ ਬੁੱਧੀ ਜ਼ਿਆਦਾ ਹੈ? ਤਾਂ ਉਹਦੇ ਅੰਦਰ ਮੂਰਤ ਜਾਂ ਯੰਤਰਿਕ ਬੁੱਧੀ, ਕੰਕਰੀਟ ਇੰਟੈਲੀਜੈਂਸ ਜਾਂ ਮਕੈਨੀਕਲ ਇੰਟੈਲੀਜੈਂਸੀ ਜਿਹੜੀ ਹੈਗੀ ਹੈ, ਔਰ ਉਹ ਭਵਿੱਖ ਦੇ ਵਿੱਚ ਵਧੀਆ ਇੰਜੀਨੀਅਰ ਜਾਂ ਕੁਸ਼ਲ ਕਾਰੀਗਰ ਬਣ ਸਕਦਾ ਜੀ। ਅੱਗੇ ਜੀ ਸਮਾਜਿਕ ਬੁੱਧੀ। ਸਮਾਜਿਕ ਬੁੱਧੀ ਤੋਂ ਭਾਵ ਜਾਂ ਸੋਸ਼ਲ ਇੰਟੈਲੀਜੈਂਸੀ ਤੋਂ ਭਾਵ ਹੈ ਅਜਿਹੀ ਮਾਨਸਿਕ ਯੋਗਤਾ ਜਿਸ ਦੇ ਸਹਾਰੇ ਵਿਅਕਤੀ ਦੂਜੇ ਵਿਅਕਤੀਆਂ ਨੂੰ ਵਧੀਆ ਢੰਗ ਨਾਲ ਸਮਝਦਾ ਹੈ। ਅਜਿਹੇ ਵਿਅਕਤੀਆਂ ਦੇ ਸਮਾਜਿਕ ਸੰਬੰਧ ਜਿਹੜੇ ਨੇ ਬਹੁਤ ਵਧੀਆ ਹੁੰਦੇ ਨੇ। ਸੋ ਸਮਾਜਿਕ ਬੁੱਧੀ ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ ਜੀ। ਔਰ ਅਜਿਹੇ ਵਿਅਕਤੀ ਦੂਜੇ ਲੋਕਾਂ ਨਾਲ ਚੰਗੇ ਢੰਗ ਨਾਲ ਵਿਵਹਾਰ ਕਰਨ ਦੀ ਯੋਗਤਾ ਰੱਖਦੇ ਨੇ, ਚੰਗਾ ਆਚਰਣ ਰੱਖਦੇ ਨੇ ਅਤੇ ਸਮਾਜ ਦੇ ਦੂਜੇ ਲੋਕਾਂ ਨਾਲ ਮਿਲ ਜੁਲ ਕੇ ਸਮਾਜਿਕ ਕੰਮਾਂ ਵਿੱਚ ਹੱਥ ਵਟਾਉਣ ਦੀ ਅਧਿਕ ਯੋਗਤਾ ਜਿਹੜੇ ਨੇ ਉਹ ਰੱਖਦੇ ਨੇ। ਸੋ ਇਸ ਤਰ੍ਹਾਂ ਦੀ ਬੁੱਧੀ ਵਿਅਕਤੀ ਨੂੰ ਜ਼ਿੰਦਗੀ ਵਿੱਚ ਵਿਵਹਾਰਕ ਸਫਲਤਾ ਹਾਸਲ ਕਰਨ ਵਿੱਚ ਸਹਾਇਤਾ ਕਰਦੀ ਹੈ। ਸੋ ਸਪਸ਼ਟ ਹੈ ਕਿ ਸਮਾਜਿਕ ਬੁੱਧੀ ਵਿਅਕਤੀ ਨੂੰ ਸਮਾਜਿਕ ਪਰਿਸਥਿਤੀਆਂ ਵਿੱਚ ਸਮਾਯੋਜ ਹੋਣ ਦੀ ਮਦਦ ਕਰਦੀ ਹੈ ਜੀ। ਸੋ ਇਹ ਸੀ ਜੀ 3 ਪ੍ਰਮੁੱਖ ਬੁੱਧੀ ਦੀਆਂ ਕਿਸਮਾਂ। ਕਿਹੜੀਆਂ-ਕਿਹੜੀਆਂ? ਅਮੂਰਤ, ਅਬਸਟਰੈਕਟ, ਠੋਸ ਜਾਂ ਕੰਕਰੀਟ ਜਾਂ ਮੂਰਤ, ਉਸ ਤੋਂ ਬਾਅਦ ਜਿਹੜਾ ਹੈ ਸਮਾਜਿਕ ਬੁੱਧੀ ਜੀ। ਕਿਸ ਨੇ 3 ਕਿਸਮਾਂ ਦੱਸੀਆਂ ਨੇ ਬੁੱਧੀ ਦੀਆਂ? ਦੱਸੀਆਂ ਨੇ ਜੀ E.L. ਥੌਰਨਡਾਈਕ। ਵਿਸ਼ੇਸ਼ਤਾਵਾਂ ਬੁੱਧੀ ਦੀਆਂ ਕਿਹੜੀਆਂ ਨੇ ਜੀ? ਇਹ ਵਿਅਕਤੀ ਦੀ ਜਨਮਜਾਤ ਸ਼ਕਤੀ ਹੈ ਜੀ। ਸੋ ਪੁੱਛਿਆ ਜਾ ਸਕਦਾ ਕੁਐਸਚਨ ਕਿ ਬੁੱਧੀ ਜਿਹੜੀ ਹੈ ਵਿਅਕਤੀ ਦੀ ਜਨਮਜਾਤ ਸ਼ਕਤੀ ਹੈ ਜਾਂ ਨਹੀਂ? ਤਾਂ ਜਨਮਜਾਤ ਸ਼ਕਤੀ ਹੈ ਜੀ, ਜਨਮ ਵੰਸ਼ ਤੋਂ ਪ੍ਰਾਪਤ ਹੁੰਦੀ ਹੈ। ਹਰੇਕ ਵਿਅਕਤੀ ਦੀ ਬੁੱਧੀ ਦੂਜੇ ਤੋਂ ਵੱਖਰੀ ਹੁੰਦੀ ਹੈ। ਸਮੱਸਿਆ ਹੱਲ ਕਰਨ ਵਿੱਚ ਸਹਾਇਤਾ ਕਰਦੀ ਹੈ, ਸਿੱਖਣ ਅਤੇ ਸਮਾਯੋਜਨ ਕਰਨ ਵਿੱਚ ਸਹਾਇਤਾ ਕਰਦੀ ਹੈ। ਬੁੱਧੀ ਵਿਅਕਤੀ ਨੂੰ ਭਲੇ ਅਤੇ ਬੁਰੇ, ਨੈਤਿਕ ਅਤੇ ਅਨੈਤਿਕ, ਝੂਠ ਅਤੇ ਸੱਚ ਵਿੱਚ ਅੰਤਰ ਕਰਨਾ ਦਾ ਸਿਖਾਉਂਦੀ ਹੈ। ਲਿੰਗ ਦੀ ਭਿੰਨਤਾ ਕਾਰਨ ਬੁੱਧੀ ਦੇ ਵਿੱਚ ਭਿੰਨਤਾ ਜਿਹੜੀ ਹੈ ਨਹੀਂ ਆਉਂਦੀ ਜੀ। ਬਹੁਤ ਇੰਪੋਰਟੈਂਟ ਚੀਜ਼ ਹੈ, ਇਸ ਨੂੰ ਸਮਝਣਾ ਪਏਗਾ। ਕੁਐਸਚਨ ਆ ਸਕਦਾ ਕਿ ਲੜਕੀਆਂ ਲੜਕਿਆਂ ਨਾਲੋਂ ਜ਼ਿਆਦਾ ਇੰਟੈਲੀਜੈਂਟ ਹੁੰਦੀਆਂ ਨੇ ਜਾਂ ਲੜਕੇ ਲੜਕੀਆਂ ਨਾਲੋਂ ਜ਼ਿਆਦਾ ਇੰਟੈਲੀਜੈਂਟ ਹੁੰਦੇ ਨੇ। ਤਾਂ ਲਿੰਗ ਦਾ ਬੁੱਧੀ ਦੇ ਨਾਲ ਕੋਈ ਸੰਬੰਧ ਨਹੀਂ। ਲੜਕੀਆਂ ਵੀ ਇੰਟੈਲੀਜੈਂਟ ਹੋ ਸਕਦੀਆਂ ਨੇ, ਬਟ ਲੜਕੇ ਵੀ ਇੰਟੈਲੀਜੈਂਟ ਹੁੰਦੇ ਨੇ। ਸੋ ਆਪਾਂ ਨੂੰ ਪਤਾ ਹੈ, ਇਸ ਕਰਕੇ ਲਿੰਗ ਭਿੰਨਤਾ ਕਾਰਨ ਬੁੱਧੀ ਭਿੰਨਤਾ ਜਿਹੜੀ ਹੈ ਨਹੀਂ ਆਉਂਦੀ। ਕਿਸ਼ੋਰ ਅਵਸਥਾ ਦੇ ਵਿਚਕਾਰ ਬੁੱਧੀ ਦਾ ਵਿਕਾਸ ਜਿਹੜਾ ਹੈ ਉਹ ਰੁਕ ਜਾਂਦਾ ਹੈ ਜੀ। ਸੋ ਇਹਦੇ 'ਚੋਂ MCQs ਬਣ ਸਕਦਾ ਸਾਰੀਆਂ ਦੇ ਕੇ ਕਿ ਕਿਹੜੀ ਵਿਸ਼ੇਸ਼ਤਾ ਬੁੱਧੀ ਦੀਆਂ ਹਨ ਜਾਂ ਨਹੀਂ। ਅੱਗੇ ਹੈ ਜੀ ਬੁੱਧੀ ਦੇ ਸਿਧਾਂਤ, ਬਹੁਤ ਇੰਪੋਰਟੈਂਟ ਹੈ। ਸਭ ਤੋਂ ਪਹਿਲਾ ਹੈ ਜੀ ਸਿਧਾਂਤ ਇਕਾਈ ਦਾ ਸਿਧਾਂਤ, ਯੂਨਿਟਰੀ ਥਿਊਰੀ ਆਫ, ਔਰ ਜਾਂ ਇਹਨੂੰ ਕਹਿੰਦੇ ਮੋਨਾਰਿਕ ਥਿਊਰੀ ਜੀ। ਇਹ ਦਿੱਤੀ ਗਈ ਜੀ ਜਾਨਸਨ ਅਤੇ ਸਟਰਨ ਦੇ ਦੁਆਰਾ 1911 ਦੇ ਵਿੱਚ ਜੀ। ਔਰ ਇਹਦੇ ਅਨੁਸਾਰ ਬੁੱਧੀ ਸਭ ਕਿਸਮ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਇਕਾਈ ਯੋਗਤਾ ਹੈ, ਇੱਕੋ ਇੱਕ ਯੋਗਤਾ ਹੈ। ਇਸ ਸਿਧਾਂਤ ਅਨੁਸਾਰ ਜੇ ਇੱਕ ਵਿਅਕਤੀ ਇੱਕ ਕਾਰਜ ਵਿੱਚ ਬੁੱਧੀਮਾਨ ਹੈ ਤਾਂ ਦੂਜੇ ਕਾਰਜਾਂ ਵਿੱਚ ਵੀ ਬੁੱਧੀਮਾਨ ਹੋ ਸਕਦਾ ਹੈ, ਕਿਉਂਕਿ ਬੁੱਧੀ ਸਰਬ ਅੰਗੀ ਯੋਗਤਾ ਹੈ। ਇਸ ਅਨੁਸਾਰ ਇੱਕ ਵਿਅਕਤੀ ਜੋ ਚੰਗਾ ਵਿਗਿਆਨੀ ਹੈ ਉਹ ਚੰਗਾ ਕਲਾਕਾਰ ਵੀ ਹੋ ਸਕਦਾ ਹੈ ਜੀ। ਸੋ ਇਸ ਸਿਧਾਂਤ ਅਨੁਸਾਰ ਕੁਐਸਚਨ ਬਣ ਸਕਦਾ ਹੈ ਕਿ ਇਕਾਈ ਸਿਧਾਂਤ ਅਨੁਸਾਰ ਜਿਹੜਾ ਹੈ ਕਿਸ ਸਿਧਾਂਤ ਦੇ ਅਨੁਸਾਰ ਕਿਸ ਸਿਧਾਂਤ ਦੇ ਅਨੁਸਾਰ ਬੁੱਧੀ ਇੱਕੋ ਇੱਕ ਯੋਗਤਾ ਹੈ, ਜਿਹੜੀ ਮਤਲਬ ਕਿ ਸਰਬੰਗੀ ਯੋਗਤਾ ਹੈ, ਜਾਂ ਇੱਕ ਜਿਹੜੀ ਹੈ ਜਿਸ ਦੇ ਅਨੁਸਾਰ ਵਿਅਕਤੀ ਸਾਰੇ ਖੇਤਰਾਂ ਦੇ ਵਿੱਚ ਜਿਹੜਾ ਪਰਫੈਕਟ ਹੋ ਸਕਦਾ। ਪਰ ਜਿਹੜਾ ਹੈ ਇਸ ਸਿਧਾਂਤ ਦੇ ਵਿੱਚ ਜਿਹੜਾ ਇਹ ਗੱਲ ਕਹੀ ਗਈ ਹੈ ਇਸ ਨੂੰ ਸਹੀ ਨਹੀਂ ਮੰਨਿਆ ਜਾਂਦਾ। ਜੇ ਆਪਾਂ ਐਗਜ਼ਾਮਪਲ ਲੈ ਕੇ ਚੱਲੀਏ ਕਿ ਨਿਊਟਨ ਜਿਹੜਾ ਇੱਕ ਮਹਾਨ ਵਿਗਿਆਨੀ ਸੀ, ਸੋ ਇਸ ਸਿਧਾਂਤ ਦੇ ਅਨੁਸਾਰ ਆਪਾਂ ਕਹੀਏ ਕਿ ਉਹ ਇੱਕ ਚੰਗਾ ਕਵੀ ਬਣ ਸਕਦਾ, ਪਰ ਇਹ ਗਲਤ ਹੈ।
ਕੋਈ ਇੱਕ ਅਜਿਹਾ ਤੱਤ ਨਹੀਂ ਦੱਸਿਆ ਜਾ ਸਕਦਾ ਜਿਸ ਤੋਂ ਭਾਵ ਬੁੱਧੀ ਲਿਆ ਜਾਵੇ। ਸੋ ਇਸ ਕਰਕੇ ਜਿਹੜਾ ਇਸ ਸਿਧਾਂਤ ਨੂੰ ਨਹੀਂ ਮੰਨਿਆ ਜਾਂਦਾ ਜੀ, ਇਕਾਈ ਸਿਧਾਂਤ ਨੂੰ। ਅੱਗੇ ਗੱਲ ਕਰਦੇ ਹਾਂ ਜੀ 2 ਕਾਰਕ ਜਾਂ 3 ਕਾਰਕ ਜਾਂ ਚੋਣ ਸਿਧਾਂਤ ਜੀ। ਇਹ ਦਿੱਤਾ ਕਿੰਨੇ ਆ ਜੀ? ਸਭ ਤੋਂ ਪਹਿਲਾਂ 2 ਫੈਕਟਰ ਥਿਊਰੀ ਕਿਸ ਵੱਲੋਂ ਦਿੱਤੀ ਗਈ? ਬਹੁਤ ਇੰਪੋਰਟੈਂਟ ਕੁਐਸਚਨ ਹੈ। ਸੋ ਸਪੀਅਰਮੈਨ ਦੇ ਵੱਲੋਂ ਦਿੱਤੀ ਗਈ ਹੈ ਜੀ। ਇਲੈਕਟ੍ਰਿਕ ਥਿਊਰੀ ਵੀ ਕਿਹਾ ਜਾਂਦਾ ਇਸ ਨੂੰ, ਔਰ 2 ਫੈਕਟਰ ਥਿਊਰੀ ਵੀ ਕਿਹਾ ਜਾਂਦਾ। ਔਰ ਉਸ ਦੇ ਸਪੀਅਰਮੈਨ ਨੇ ਜਿਹੜਾ ਹੈ 2 ਕਾਰਕ ਦੱਸੇ ਨੇ ਜੀ। ਸਭ ਤੋਂ ਪਹਿਲਾਂ ਜੀ ਕਾਰਕ ਜੀ, ਜਨਰਲ ਕਾਰਕ ਜਾਂ ਸਧਾਰਨ ਯੋਗਤਾ ਜੀ। ਸੋ ਇੱਕ ਵਿਅਕਤੀ ਵਿੱਚ ਜੀ ਕਾਰਕ ਹਮੇਸ਼ਾ ਇੱਕੋ ਜਿਹਾ ਭਾਵ ਸਥਾਈ ਹੁੰਦਾ ਹੈ। ਇਹ ਸਰਬ ਵਿਆਪੀ ਯੋਗਤਾ ਭਾਵ ਇਹ ਕਾਰਕ ਸਾਰੇ ਮਨੁੱਖਾਂ ਦੇ ਵਿੱਚ ਪਾਇਆ ਜਾਂਦਾ ਜੀ, ਜਿਹੜਾ ਜਨਰਲ ਕਾਰਕ ਹੈ ਸਪੀਅਰਮੈਨ ਦੇ ਅਨੁਸਾਰ। ਇਹ ਜਨਮ ਤੋਂ ਹੀ ਪ੍ਰਾਪਤ ਹੁੰਦਾ ਹੈ। ਇਸ ਦਾ ਪ੍ਰਯੋਗ ਹਰੇਕ ਕਿਰਿਆ ਵਿੱਚ ਹੁੰਦਾ ਹੈ। ਇਸ ਤੋਂ ਬਿਨਾਂ ਕੋਈ ਵੀ ਕਿਰਿਆ ਸੰਪਾਦਿਤ ਨਹੀਂ ਕੀਤੀ ਜਾ ਸਕਦੀ। ਸੋ ਜੀ ਕਾਰਕਾਂ ਦੀ ਮਾਤਰਾ ਹਰੇਕ ਵਿਅਕਤੀ ਵਿੱਚ ਅਲੱਗ-ਅਲੱਗ ਹੁੰਦੀ ਹੈ। ਸਿੱਖਣ ਜਾਂ ਅਭਿਆਸੀ ਪ੍ਰੀਖਣ ਨਾਲ ਇਹ ਬਦਲਦਾ ਨਹੀਂ, ਨਾ ਹੀ ਪ੍ਰਭਾਵਿਤ ਹੁੰਦਾ ਹੈ। ਜੀ ਕਾਰਕ ਮਨੁੱਖ ਦੀ ਸਫਲਤਾ ਲਈ ਜ਼ਿੰਮੇਵਾਰ ਹੈ। ਕੁਐਸਚਨ ਆ ਸਕਦਾ ਹੈ ਕਿ ਸਪੀਅਰਮੈਨ ਦੇ ਅਨੁਸਾਰ ਕਿਹੜਾ ਕਾਰਕ ਜਿਹੜਾ ਵਿਅਕਤੀ ਦੀ ਸਫਲਤਾ ਦੀ ਜ਼ਿੰਮੇਵਾਰ ਹੈ? ਐਸ ਕਾਰਕ ਜਾਂ ਜੀ ਕਾਰਕ? ਤਾਂ ਉੱਥੇ ਆਨਸਰ ਹੋਊਗਾ ਜੀ ਜੀ ਕਾਰਕ, ਯਾਨੀ ਜਨਰਲ ਐਬਿਲਿਟੀ ਮਨੁੱਖ ਦੀ ਸਫਲਤਾ ਦੇ ਲਈ ਜ਼ਿੰਮੇਵਾਰ ਹੈ। ਇੱਕ ਵਿਅਕਤੀ ਵਿੱਚ ਜੀ ਕਾਰਕ ਦੀ ਜਿੰਨੀ ਮਾਤਰਾ ਹੋਵੇਗੀ, ਜਿੰਨੀ ਜ਼ਿਆਦਾ ਹੋਵੇਗੀ, ਉਹ ਜੀਵਨ ਵਿੱਚ ਉਨਾ ਹੀ ਸਫਲ ਹੋਵੇਗਾ ਜੀ। ਸੋ ਇਹ ਤਾਂ ਗੱਲ ਹੋ ਗਈ ਜੀ ਜੀ ਕਾਰਕ ਦੀ। ਅੱਗੇ ਦੂਸਰਾ ਕਾਰਕ ਦੱਸਿਆ ਜੀ ਐਸ ਕਾਰਕ, ਵਿਸ਼ੇਸ਼ ਯੋਗਤਾ, ਸਪੈਸੀਫਿਕ ਐਬਿਲਿਟੀ। ਸੋ ਸਪੀਅਰਮੈਨ ਦੇ ਅਨੁਸਾਰ ਐਸ ਕਾਰਕ ਨੂੰ ਕਿਸੇ ਵਿਅਕਤੀ ਦੁਆਰਾ ਬੌਧਿਕ ਕਿਰਿਆ ਸੰਪਾਦਿਤ ਕੀਤੇ ਜਾਣ ਦੀ ਵਿਸ਼ੇਸ਼ ਯੋਗਤਾ ਕਹਿੰਦੇ ਹਨ। ਔਰ ਇਹ ਕਾਰਕ ਮਨੁੱਖ ਵੱਲੋਂ ਕੀਤੀਆਂ ਜਾਣ ਵਾਲੀਆਂ ਵਿਸ਼ੇਸ਼ ਕਿਰਿਆਵਾਂ ਵਿੱਚ ਮੌਜੂਦ ਹੁੰਦਾ ਹੈ। ਇਹ ਸਾਰੀਆਂ ਕਿਰਿਆਵਾਂ ਵਿੱਚ ਮੌਜੂਦ ਨਹੀਂ ਹੁੰਦਾ। ਇਹ ਜਨਮਜਾਤ ਨਹੀਂ ਹੁੰਦਾ। ਸੋ ਕੁਐਸਚਨ ਹੈ ਕਿਹੜਾ ਕਾਰਕ ਜਨਮਜਾਤ ਨਹੀਂ ਹੁੰਦਾ? ਐਸ ਕਾਰਕ। ਜਨਮਜਾਤ ਕਿਹੜਾ ਕਾਰਕ ਹੁੰਦਾ ਸਪੀਅਰ ਦੇ ਅਨੁਸਾਰ? ਜੀ ਕਾਰਕ ਜੀ। ਔਰ ਵਾਤਾਵਰਣ ਵਿੱਚ ਸਿੱਖਿਆ ਜਾਂਦਾ ਹੈ ਜੀ, ਔਰ ਸਿੱਖਣ ਅਤੇ ਅਭਿਆਸੀ ਪ੍ਰੀਖਣ ਰਾਹੀਂ ਪ੍ਰਭਾਵਿਤ ਹੁੰਦਾ ਹੈ ਅਤੇ ਸੋਧਿਆ ਜਾ ਸਕਦਾ ਹੈ। ਐਸ ਕਾਰਕ ਦੀ ਸੰਖਿਆ ਹਰੇਕ ਵਿਅਕਤੀ ਵਿੱਚ ਭਿੰਨ-ਭਿੰਨ ਹੁੰਦੀ ਹੈ, ਔਰ ਇੱਕ ਵਿਸ਼ੇਸ਼ ਵਿਅਕਤੀ ਵਿੱਚ ਬਹੁਤ ਸਾਰੇ ਐਸ ਕਾਰਕ ਹੋ ਸਕਦੇ ਹਨ। ਵਿਅਕਤੀ ਐਸ ਕਾਰਕ ਜਿੰਨਾ ਜ਼ਿਆਦਾ ਹੋਵੇਗਾ, ਉਹ ਕਿਸੇ ਵਿਸ਼ੇਸ਼ ਖੇਤਰ ਵਿੱਚ ਜ਼ਿਆਦਾ ਸਫਲਤਾ ਪ੍ਰਾਪਤ ਕਰੇਗਾ। ਸੋ ਇੱਕ ਤੋਂ ਜ਼ਿਆਦਾ ਜਿਹੜੇ ਐਸ ਕਾਰਕ ਨੇ ਉਹ ਹੋ ਸਕਦੇ ਨੇ। ਸੋ ਅੱਗੇ ਹੈ ਜੀ ਤੀਜਾ ਕਾਰਕ ਸਮੂਹ ਕਾਰਕ। ਸਮੂਹ ਕਾਰਕ ਜੀ ਕਾਰਕ ਤੋਂ ਘੱਟ ਸਧਾਰਨ, ਵਿਆਪਕ ਅਤੇ ਸਮਰੂਪ ਹੁੰਦੇ ਹਨ ਅਤੇ ਐਸ ਕਾਰਕ ਤੋਂ ਜ਼ਿਆਦਾ ਸਧਾਰਨ ਤੇ ਵਿਆਪਕ ਸਮਰੂਪ ਹੁੰਦੇ ਨੇ ਜੀ। ਸੋ ਇਹ ਬਾਅਦ ਦੇ ਵਿੱਚ ਸਪੀਅਰਮੈਨ ਨੇ ਤੀਜਾ ਕਾਰਕ ਜੋੜ ਦਿੱਤਾ ਸੀ ਜੀ, ਸਮੂਹ ਕਾਰਕ, ਗਰੁੱਪ ਫੈਕਟਰ ਕਹਿੰਦੇ ਨੇ। ਸੋ ਇਹ ਜਿਹੜਾ ਹੈ ਜੀ ਕਾਰਕ ਤੋਂ ਘੱਟ ਸਧਾਰਨ ਹੁੰਦਾ ਅਤੇ ਵਿਆਪਕ ਤੇ ਸਮਰੂਪ ਹੁੰਦਾ, ਅਤੇ ਐਸ ਕਾਰਕ ਤੋਂ ਜ਼ਿਆਦਾ ਸਧਾਰਨ ਤੇ ਜਿਹੜਾ ਹੈ ਵੱਧ ਜਿਹੜਾ ਹੈ ਵਿਆਪਕ ਤੇ ਸਮਰੂਪ ਹੁੰਦਾ ਹੈ ਜੀ। ਅਗਲਾ ਹੈ ਜੀ ਸਮੂਹ ਕਾਰਕ ਦਾ ਸਿਧਾਂਤ। ਦਿੱਤਾ ਕਿਸ ਨੇ ਜੀ ਸਮੂਹ ਕਾਰਕ ਦਾ ਸਿਧਾਂਤ? ਯਾਦ ਰੱਖਣਾ ਥਰਸਟਨ ਨੇ ਜੀ। ਗਰੁੱਪ ਫੈਕਟਰ ਥਿਊਰੀ ਕਹਿੰਦੇ ਨੇ। ਸੋ ਇਸ ਦੇ ਅਨੁਸਾਰ, ਥਰਸਟਨ ਦੇ ਅਨੁਸਾਰ ਮਾਨਸਿਕ ਯੋਗਤਾਵਾਂ ਦਾ ਸਿਧਾਂਤ ਜਿਹੜਾ ਹੈ, ਥਰਸਟਨ ਨੇ ਆਪਣੇ ਬੁੱਧੀ ਕਾਰਕ ਦਾ ਪ੍ਰਤੀਪਾਦਨ ਕਦੋਂ ਕੀਤਾ? 1938 ਦੇ ਵਿੱਚ ਕੀਤਾ ਜੀ। ਔਰ ਉਸਨੇ ਸ਼ਿਕਾਗੋ ਵਿਸ਼ਵ ਵਿਦਿਆਲੇ ਵਿੱਚ ਦੇ 240 ਵਿਦਿਆਰਥੀਆਂ ਉੱਪਰ 56 ਵੱਖ-ਵੱਖ ਪ੍ਰੀਖਣਾਂ ਦਾ ਪ੍ਰਯੋਗ ਕੀਤਾ, ਔਰ ਇਹ ਪ੍ਰੀਖਣ 2 ਤੋਂ 20 ਮਿੰਟ ਤੱਕ ਦੇ ਸਮੇਂ ਦੇ ਸਨ ਸੀ। ਔਰ ਇਹ ਕਾਰਕਾਂ ਦੇ ਵਿਸ਼ਲੇਸ਼ਣ ਪਿੱਛੋਂ ਉਹ ਇਸ ਸਿੱਟੇ 'ਤੇ ਪਹੁੰਚੇ ਕਿ ਬੁੱਧੀ 7 ਪ੍ਰਾਥਮਿਕ ਮਾਨਸਿਕ ਯੋਗਤਾਵਾਂ ਦਾ ਸਮੂਹ ਹੈ। ਉਹਨਾਂ ਅਨੁਸਾਰ ਕੁਝ ਮਾਨਸਿਕ ਕਿਰਿਆਵਾਂ ਵਿੱਚ ਇੱਕ ਸਾਂਝਾ ਪ੍ਰਾਥਮਿਕ ਕਾਰਕ ਜਿਹੜਾ ਉਹ ਹੁੰਦਾ ਹੈ ਜੀ। ਸੋ ਪਹਿਲਾ ਕੁਐਸਚਨ, ਸਮੂਹ ਕਾਰਕ ਸਿਧਾਂਤ ਦਿੱਤਾ ਕਿਸ ਨੇ? ਥਰਸਟਨ ਨੇ। ਕਦੋਂ ਦਿੱਤਾ? 1938 ਦੇ ਵਿੱਚ ਜੀ। ਔਰ ਥਰਸਟਨ ਦੇ ਅਨੁਸਾਰ ਬੁੱਧੀ ਕਿੰਨੀਆਂ ਪ੍ਰਾਥਮਿਕ ਮਾਨਸਿਕ ਕਿਰਿਆਵਾਂ ਦਾ ਸਮੂਹ ਹੈ? ਤਾਂ 7 ਪ੍ਰਾਥਮਿਕ ਮਾਨਸਿਕ ਕਿਰਿਆਵਾਂ ਦਾ ਸਮੂਹ ਹੈ ਜੀ, ਜਿਹੜਾ ਉਹਨਾਂ ਕਿਰਿਆਵਾਂ ਨੂੰ ਮਨੋਵਿਗਿਆਨ ਤੇ ਕਿਰਿਆਤਮਕ ਇਕਾਈ ਰੂਪ ਪ੍ਰਦਾਨ ਕਰਦਾ ਹੈ ਜੀ। ਇਸੇ ਤਰ੍ਹਾਂ ਹੋਰ ਮਾਨਸਿਕ ਕਿਰਿਆਵਾਂ ਦੇ ਸਮੂਹ ਦਾ ਆਪਣਾ ਇਕਾਤਮਕ ਪ੍ਰਾਥਮਿਕ ਕਾਰਕ ਹੁੰਦਾ ਹੈ, ਜਿਹੜਾ ਉਹਨਾਂ ਨੂੰ ਇਕਾਈ ਦਾ ਰੂਪ ਪ੍ਰਦਾਨ ਕਰਦਾ ਹੈ। ਕੁੱਲ ਮਿਲਾ ਕੇ ਮਾਨਸਿਕ ਕਿਰਿਆਵਾਂ ਪ੍ਰਾਥਮਿਕ ਯੋਗਤਾਵਾਂ ਦੇ 7 ਸਮੂਹ ਹਨ ਅਤੇ ਇੱਕ ਦੂਜੇ ਤੋਂ ਸੁਤੰਤਰ ਨੇ ਜੀ। ਸੋ ਇਹਦੇ ਵਿੱਚ ਕਿਹੜੀ ਆ ਗਈ? ਮੌਖਿਕ ਬੋਧ। ਸੋ ਮੌਖਿਕ ਬੋਧ ਦੇ ਵਿੱਚ ਕੀ ਹੈ? ਇਹ ਯੋਗਤਾ ਸ਼ਬਦ ਅਤੇ ਅਰਥ ਸਮਝਣ ਦੀ ਯੋਗਤਾ ਨਾਲ ਸੰਬੰਧਿਤ ਹੈ, ਔਰ ਨਿਯੋਜਨ, ਚਿੰਤਨ ਅਤੇ ਸੰਪ੍ਰੇਸ਼ਣ, ਕਮਿਊਨੀਕੇਸ਼ਨ ਦੇ ਵਿੱਚ ਭਾਸ਼ਾ ਦੀ ਵਰਤੋਂ ਦੀ ਯੋਗਤਾ ਜਿਹੜੀ ਹੈ ਉਹ ਮੌਖਿਕ ਬੋਧ ਅਖਵਾਉਂਦੀ ਹੈ। ਦੂਸਰਾ ਆ ਗਿਆ ਜੀ ਅੰਕ ਯੋਗਤਾ। ਸ਼ੁੱਧ ਅਤੇ ਤੇਜ਼ੀ ਨਾਲ ਹਿਸਾਬ ਕਿਤਾਬ ਕਰਨ ਦੀ ਯੋਗਤਾ ਜਿਹੜੀ ਹੈ ਅੰਕ ਯੋਗਤਾ ਕਹਾਉਂਦੀ ਹੈ ਜੀ। ਤੀਸਰਾ ਆ ਗਿਆ ਜੀ
ਸ਼ਬਦ ਪ੍ਰਵਾਹ ਯੋਗਤਾ। ਸੋ ਸ਼ਬਦ ਪ੍ਰਵਾਹ ਯੋਗਤਾ ਦੇ ਵਿੱਚ ਕੀ ਹੈ, ਸ਼ਬਦਾਂ ਵਿੱਚ ਅਭਿਵਿਅਕਤ ਜਾਂ ਉਚਿਤ ਸਮੇਂ 'ਤੇ ਸ਼ਬਦਾਂ ਦੀ ਵਰਤੋਂ ਕਰਨ ਦੀ ਯੋਗਤਾ ਨੂੰ ਜਿਹੜਾ ਸ਼ਬਦ ਪ੍ਰਵਾਹ ਯੋਗਤਾ ਕਹਿੰਦੇ ਨੇ। ਅਗਲਾ ਆ ਗਿਆ ਜੀ ਸਿਮਰਤੀ ਯੋਗਤਾ ਜੀ, ਮੈਮੋਰਾਈਜ਼ਿੰਗ ਐਬਿਲਿਟੀ ਜਾਂ ਐਮ ਕਹਿੰਦੇ ਨੇ ਜੀ ਇਹਨੂੰ। ਇਹ ਯੋਗਤਾ ਜਲਦੀ ਅਤੇ ਠੀਕ ਤਰ੍ਹਾਂ ਨਾਲ ਯਾਦ ਕਰਨ ਦੀ ਸਮਰੱਥਾ ਨਾਲ ਸੰਬੰਧਿਤ ਹੈ ਜੀ। ਸਿਮਰਤੀ ਮਤਲਬ ਯਾਦ ਕਰਨ ਦੀ ਯੋਗਤਾ ਜੀ। ਅੱਗੇ ਆ ਜੀ ਸਥਾਨਾਤਮਿਕ ਯੋਗਤਾ ਜੀ। ਇਹਦੇ ਵਿੱਚ ਕੀ ਹੈ, ਸਥਾਨ ਬੋਧ ਪ੍ਰਗਟਾਉਂਦੀ ਹੈ ਜੀ। ਔਰ 6ਵੀਂ ਹੈ ਜੀ ਪ੍ਰਤੱਖੀਕਰਨ ਯੋਗਤਾ। ਇਹਦੇ ਵਿੱਚ ਕੀ ਹੈ, ਵਸਤੂਆਂ ਨੂੰ ਸਪਸ਼ਟ ਰੂਪ ਤੋਂ ਸਮਝਣ ਦੀ ਯੋਗਤਾ ਦੇ ਨਾਲ ਸੰਬੰਧਿਤ ਹੈ। ਤਰਕ ਯੋਗਤਾ, ਰੀਜ਼ਨਿੰਗ ਐਬਿਲਿਟੀ ਔਰ ਆਰ ਕਹਿੰਦੇ ਨੇ ਜੀ ਇਹਨੂੰ। ਪ੍ਰਤੀਕਾਂ ਵਿੱਚ ਵਿਅਕਤੀ ਸਥਿਤੀਆਂ ਵਿੱਚ ਆਪਸੀ ਸੰਬੰਧ ਦਾ ਬੋਧ ਤਰਕ ਯੋਗਤਾ ਕਹਾਉਂਦਾ ਹੈ। ਔਰ ਇਹ ਯੋਗਤਾ ਨਿਗਨਾਤਮਕ ਇੰਡਕਟਿਵ ਵੀ ਹੋ ਸਕਦੀ ਹੈ ਅਤੇ ਡਿਟੈਕਟਿਵ ਵੀ, ਆਗਨਾਤਮਕ ਵੀ ਹੋ ਸਕਦੀ ਹੈ ਜੀ। ਸੋ ਇਹ 7 ਯੋਗਤਾਵਾਂ ਦਾ ਸਮੂਹ ਦੱਸਿਆ ਹੈ ਥਰਸਟਨ ਨੇ ਬੁੱਧੀ ਨੂੰ ਜੀ, ਜਿਹਨੂੰ ਕਹਿੰਦੇ ਨੇ ਥਰਸਟਨਸ ਗਰੁੱਪ ਫੈਕਟਰ ਥਿਊਰੀ ਆਫ ਇੰਟੈਲੀਜੈਂਸ। ਔਰ ਇਸ ਨੂੰ ਥਰਸਟਨ ਦਾ ਪ੍ਰਾਥਮਿਕ ਯੋਗਤਾਵਾਂ ਦਾ ਸਿਧਾਂਤ ਕਿਹਾ ਜਾਂਦਾ ਹੈ, ਬਹੁਕਾਰਕ ਬੁੱਧੀ ਸਿਧਾਂਤ ਵੀ ਕਿਹਾ ਜਾਂਦਾ ਹੈ, ਔਰ ਕਾਰਕ ਵਿਸ਼ਲੇਸ਼ਣ ਸਿਧਾਂਤ ਵੀ ਕਿਹਾ ਜਾਂਦਾ। ਅਲੱਗ-ਅਲੱਗ ਨਾਮ ਨੇ। ਔਰ ਜੀ ਤੇ ਐਸ ਕਾਰਕ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦਾ ਜੀ। ਸੋ ਇਹ ਜ਼ਿਆਦਾ ਇੰਪੋਰਟੈਂਟ ਹੈ ਕੁਐਸਚਨ ਜੀ, ਇਹਦੇ 'ਚੋਂ ਜਿਹੜਾ ਪੁੱਛਿਆ ਜਾ ਸਕਦਾ। ਇੰਪੋਰਟੈਂਟ ਸਭ ਕੁਝ ਹੈ ਜੀ, ਬਹੁਤ ਇਹਦੇ 'ਚੋਂ ਕੁਐਸਚਨ ਆਉਂਦੇ ਨੇ, ਪਰ ਇੱਥੇ ਜਿਹੜਾ ਕੁਐਸਚਨ ਕਿਉਂਕਿ ਇੱਕ ਦੂਜੇ ਦੀ ਆਲੋਚਨਾ ਕਰਦੇ ਨੇ ਜਦੋਂ, ਤਾਂ ਉਹ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ ਜੀ। ਕੁਐਸਚਨ ਆ ਸਕਦਾ ਕਿ ਕਿਹੜਾ ਜਿਹੜਾ ਹੈ ਬੁੱਧੀ ਦਾ ਸਿਧਾਂਤ ਜੀ ਤੇ ਐਸ ਕਾਰਕ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦਾ, ਤਾਂ ਥਰਸਟਨ ਦਾ ਜਿਹੜਾ ਗਰੁੱਪ ਫੈਕਟਰ ਆਫ ਥਿਊਰੀ ਹੈ ਉਹ ਜੀ ਤੇ ਐਸ ਕਾਰਕ ਜੋ ਸਪੀਅਰਮੈਨ ਵੱਲੋਂ ਦਿੱਤਾ ਗਿਆ ਉਸ ਨੂੰ ਸਵੀਕਾਰ ਨਹੀਂ ਕਰਦਾ ਜੀ। ਅੱਗੇ ਆ ਗਿਆ ਜੀ ਬਹੁਕਾਰਕ ਸਿਧਾਂਤ ਥਾਰਨਡਾਈਕ ਦਾ ਹੈ ਜੀ, ਮਲਟੀਪਲ ਫੈਕਟਰ ਥਿਊਰੀ ਜੀ। ਇਸ ਸਿਧਾਂਤ ਅਨੁਸਾਰ ਬੁੱਧੀ ਬਹੁਤ ਹੀ ਵਿਸ਼ੇਸ਼ ਅਤੇ ਸੁਤੰਤਰ ਮਾਨਸਿਕ ਯੋਗਤਾਵਾਂ ਨਾਲ ਬਣੀ ਹੈ ਜੀ। ਇਹਨਾਂ ਵਿੱਚ ਕੋਈ ਮਹੱਤਵਪੂਰਨ ਸਹਿ ਸੰਬੰਧ ਨਹੀਂ। ਇਹ ਸਿਧਾਂਤ ਅਨੁਸਾਰ ਵਿਅਕਤੀ ਦੀ ਇੱਕ ਖੇਤਰ ਵਿੱਚ ਕਾਰਜ ਕਰਨ ਦੀ ਯੋਗਤਾ ਤੋਂ ਇਹ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਕਿ ਉਹ ਕਿਸੇ ਹੋਰ ਕੰਮ ਨੂੰ ਚੰਗੀ ਤਰ੍ਹਾਂ ਕਰਨ ਦੀ ਯੋਗਤਾ ਰੱਖਦਾ। ਯਾਨੀ ਕਿ ਜਿਹੜਾ ਇਕਾਈ ਸਿਧਾਂਤ ਹੈ, ਜਿਹੜਾ ਬਹੁਕਾਰਕ ਸਿਧਾਂਤ ਹੈ ਥਾਰਨਡਾਈਕ ਦਾ, ਇਕਾਈ ਸਿਧਾਂਤ ਦੀ ਇੱਥੇ ਜਿਹੜੀ ਘਾਟ ਕਰ ਰਿਹਾ, ਇਕਾਈ ਸਿਧਾਂਤ ਨੂੰ ਨਹੀਂ ਮੰਨ ਰਿਹਾ। ਉਦਾਹਰਨ ਲਈ ਜੇ ਇੱਕ ਵਿਅਕਤੀ ਗਣਿਤ ਵਿੱਚ ਹੁਸ਼ਿਆਰ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਸਾਹਿਤ ਵਿੱਚ ਵੀ ਹੁਸ਼ਿਆਰ ਹੋਵੇਗਾ। ਸੋ ਇੱਥੇ ਕੁਐਸਚਨ ਆ ਜਾਂਦਾ, ਬਣ ਸਕਦਾ, ਬਣਦਾ। ਇਹਦੇ MCQs ਕਰਾਂਗੇ, ਧਿਆਨ ਨਾਲ ਸੁਣ ਲਿਓ ਜੀ, ਕਿ ਕਿਹੜਾ ਜਿਹੜਾ ਸਿਧਾਂਤ ਹੈ ਉਹ ਇਹ ਨਹੀਂ ਮੰਨਦਾ ਕਿ ਜੇ ਇੱਕ ਵਿਅਕਤੀ ਇੱਕ ਵਿਸ਼ੇ ਦੇ ਵਿੱਚ ਸਿਧਾਂਤ ਹੁਸ਼ਿਆਰ ਹੈ ਤਾਂ ਜ਼ਰੂਰੀ ਨਹੀਂ ਦੂਜੇ ਵਿਸ਼ੇ ਦੇ ਵਿੱਚ ਹੁਸ਼ਿਆਰ ਹੋਊਗਾ। ਉਹ ਹੈ ਜੀ ਬਹੁਕਾਰਕ ਸਿਧਾਂਤ, ਕਿਸ ਦਾ? ਥਾਰਨਡਾਈਕ ਦਾ ਜੀ। ਔਰ ਅੱਗੇ ਆ ਗਿਆ ਜੀ 5 ਨੰਬਰ 'ਤੇ ਬਹੁਬੁੱਧੀ ਸਿਧਾਂਤ। ਇਹ ਗਾਰਡਨਰ ਦਾ ਹੈ, ਥਿਊਰੀ ਆਫ ਮਲਟੀਪਲ ਇੰਟੈਲੀਜੈਂਸ ਬਾਈ ਗਾਰਡਨਰ। ਸੋ ਇਸ ਸਿਧਾਂਤ ਨੂੰ ਹਾਰਵਰਡ ਯੂਨੀਵਰਸਿਟੀ ਦੇ ਪ੍ਰਸਿੱਧ ਪ੍ਰੋਫੈਸਰ ਹੋਵਾਰਡ ਗਾਰਡਨਰ ਨੇ 1983 ਦੇ ਵਿੱਚ ਪੇਸ਼ ਕੀਤਾ। ਸੋ ਉਸਨੇ ਇਸ ਸਿਧਾਂਤ ਨੂੰ ਪਹਿਲੀ ਵਾਰ ਆਪਣੀ ਪੁਸਤਕ ਫਰੇਮਸ ਆਫ ਮਾਈਂਡ ਦੇ ਵਿੱਚ ਪ੍ਰਕਾਸ਼ਿਤ ਕੀਤਾ ਜੀ। ਔਰ ਅਸਲ ਵਿੱਚ ਗਾਰਡਨਰ ਜੀਨ ਪਿਆਜੇ ਦੇ ਬੱਚਿਆਂ ਦੀ ਗਿਆਨਾਤਮਕ ਪ੍ਰਕਿਰਿਆ ਦੇ ਵਿਕਾਸ ਕੰਮ ਤੋਂ ਪ੍ਰਭਾਵਿਤ ਹੋਇਆ। ਉਸਨੇ ਇਸ ਨਵੇਂ ਸਿਧਾਂਤ ਵਿੱਚ ਪ੍ਰਤਿਭਾਸ਼ਾਲੀ ਬੱਚਿਆਂ ਦੀ ਬੁੱਧੀ ਦਾ ਅਧਿਐਨ ਕੀਤਾ ਅਤੇ ਇੱਕ ਨਵਾਂ ਢਾਂਚਾ ਪੈਦਾ ਕੀਤਾ। ਅਤੇ ਆਪਣੇ ਪ੍ਰਯੋਗਾਂ ਦੇ ਨਿਰੀਖਣਾਂ ਰਾਹੀਂ ਗਾਰਡਨਰ ਨੇ ਬੁੱਧੀ ਨੂੰ 7 ਸ਼੍ਰੇਣੀਆਂ ਦੇ ਵਿੱਚ ਵੰਡਿਆ। ਸੋ ਬੁੱਧੀ ਨੂੰ ਗਾਰਡਨਰ ਨੇ ਵੀ 7 ਸ਼੍ਰੇਣੀਆਂ ਦੇ ਵਿੱਚ ਵੰਡਿਆ ਜੀ। ਪੁੱਛਿਆ ਜਾ ਸਕਦਾ ਹੈ ਕਿ ਫਰੇਮਸ ਆਫ ਮਾਈਂਡ ਬੁੱਕ ਕਿਹਦੀ ਹੈ ਪ੍ਰਸਿੱਧ, ਤਾਂ ਇਹ ਹੈ ਜੀ ਹਾਰਵਰਡ ਗਾਰਡਨਰ ਦੀ। ਕੌਣ ਸੀ ਗਾਰਡਨਰ? ਹਾਰਵਰਡ ਯੂਨੀਵਰਸਿਟੀ ਦਾ ਪ੍ਰੋਫੈਸਰ ਸੀ। ਔਰ ਉਸਨੇ ਇਹ ਸਿਧਾਂਤ ਦਿੱਤਾ ਕਦੋਂ? 1983 ਦੇ ਵਿੱਚ ਦਿੱਤਾ ਜੀ। ਔਰ ਕਿਸ ਤੋਂ ਪ੍ਰਭਾਵਿਤ ਹੋ ਕੇ ਗਾਰਡਨਰ ਨੇ ਜਿਹੜਾ ਹੈ ਇਹ ਸਿਧਾਂਤ ਦਿੱਤਾ ਸੀ, ਤਾਂ ਉਹ ਦਿੱਤਾ ਸੀ ਜੀ ਪਿਆਜੇ ਦੇ ਬੱਚਿਆਂ ਦਾ ਜਿਹੜਾ ਕੋਗਨੇਟਿਵ ਡਿਵੈਲਪਮੈਂਟ ਦਾ ਸਿਧਾਂਤ ਦਿੱਤਾ, ਵਿਕਾਸ ਦਾ ਸਿਧਾਂਤ ਦਿੱਤਾ, ਉਸ ਤੋਂ ਪ੍ਰਭਾਵਿਤ ਹੋ ਕੇ ਜੀ। ਔਰ ਕਿਹੜੇ ਬੱਚਿਆਂ 'ਤੇ ਉਹਨੇ ਇਸ ਸਿਧਾਂਤ ਦੇ ਰਾਹੀਂ ਅਧਿਐਨ ਕੀਤਾ? ਪ੍ਰਤਿਭਾਸ਼ਾਲੀ ਬੱਚਿਆਂ ਦੀ ਬੁੱਧੀ ਦਾ ਅਧਿਐਨ ਕੀਤਾ ਜੀ। ਔਰ ਕਿੰਨੀਆਂ ਸ਼੍ਰੇਣੀਆਂ ਦੇ ਵਿੱਚ ਵੰਡਿਆ ਜੀ? 7 ਸ਼੍ਰੇਣੀਆਂ ਦੇ ਵਿੱਚ। ਪਹਿਲੀ ਕਿਹੜੀ ਹੈ? ਤਰਕਪੂਰਨ ਗਣਿਤਕ ਬੁੱਧੀ। ਸੋ ਤਰਕਪੂਰਕ ਬੁਝਾਰਤਾਂ ਅਤੇ ਗਣਿਤ ਸੰਬੰਧੀ ਸਮੱਸਿਆਵਾਂ ਦਾ ਹੱਲ ਜਿਹੜਾ ਹੈ ਲੱਭਣ ਦੀ ਯੋਗਤਾ ਨੂੰ ਤਰਕਪੂਰਕ ਗਣਿਤਕ ਬੁੱਧੀ ਕਹਿੰਦਾ ਹੈ ਗਾਰਡਨਰ ਜੀ। ਅੱਗੇ ਜੀ ਭਾਸ਼ਾਈ ਬੁੱਧੀ। ਭਾਸ਼ਾ ਸੰਬੰਧੀ ਪ੍ਰਵੀਨਤਾ, ਯੋਗਤਾਵਾਂ, ਪ੍ਰਤਿਭਾਵਾਂ ਅਤੇ ਕੌਸ਼ਲਾਂ ਲਈ ਜ਼ਿੰਮੇਵਾਰ ਜਿਹੜੀ ਆ ਉਹ ਭਾਸ਼ਾਈ ਬੁੱਧੀ ਹੈ। ਸੋ ਭਾਸ਼ਾ ਦੇ ਵਿੱਚ
ਆਪਾਂ ਕਹਿ ਸਕਦੇ ਹਾਂ ਪ੍ਰਵੀਨਤਾ, ਅੱਛੀ ਤਰ੍ਹਾਂ ਵਾਕ ਰਚਨਾ ਲਾ ਲਓ, ਸ਼ਬਦੀ ਵਿਗਿਆਨ ਲਾ ਲਓ, ਇਹਦੀ ਜਿਹੜੀ ਯੋਗਤਾ ਉਹਨੂੰ ਭਾਸ਼ਾਈ ਬੁੱਧੀ। ਔਰ ਅੱਗੇ ਸੰਗੀਤਾਤਮਕ, ਜਿਵੇਂ ਨਾਮ ਤੋਂ ਹੀ ਸਪਸ਼ਟ ਹੈ, ਸੰਗੀਤਾਤਮਕ ਬੁੱਧੀ ਲਈ ਜ਼ਿੰਮੇਵਾਰ ਕੌਣ ਹੈ? ਸੰਗੀਤ ਦੇ ਖੇਤਰ ਨਾਲ ਸੰਬੰਧਿਤ ਯੋਗਤਾਵਾਂ, ਪ੍ਰਤਿਭਾ ਅਤੇ ਕੌਸ਼ਲਾਂ ਲਈ ਜ਼ਿੰਮੇਵਾਰ ਹੈ ਜੀ ਸੰਗੀਤਾਤਮਕ ਬੁੱਧੀ। ਸਥਾਨਾਤਮਕ ਬੁੱਧੀ ਬ੍ਰਹਿਮੰਡ ਵਿੱਚ ਅਨੁਕੂਲਨ, ਨਕਸ਼ਿਆਂ ਦੇ ਅਧਿਐਨ, ਦਿਸ਼ਾਤਮਕ ਯੋਗਤਾ ਅਤੇ ਸ਼ਤਰੰਜ ਖੇਡਣ ਨਾਲ ਸੰਬੰਧਿਤ ਯੋਗਤਾ ਜਿਹੜੀ ਉਹਨੂੰ ਸਥਾਨਾਤਮਕ ਬੁੱਧੀ ਦਾ ਨਾਮ ਦਿੱਤਾ ਹੈ ਜੀ। ਅੱਗੇ ਹੈ ਜੀ ਸਰੀਰਕ ਸੰਚਾਲਨ ਕਿਰਿਆਤਮਕ ਬੁੱਧੀ। ਸਰੀਰ ਜਾਂ ਸਰੀਰ ਦੇ ਵਿਭਿੰਨ ਅੰਗਾਂ ਦਾ ਉਪਯੋਗ ਕਰਨ ਦੇ ਵਿੱਚ ਸਹਾਇਕ ਜਿਹੜੀ ਬੁੱਧੀ ਆ ਉਸ ਨੂੰ ਗਾਰਡਨਰ ਨੇ ਸਰੀਰਕ ਸੰਚਾਲਕ ਕਿਰਿਆਤਮਕ ਬੁੱਧੀ ਦਾ ਨਾਮ ਦਿੱਤਾ ਜੀ। ਸੋ ਅੱਗੇ ਹੈ ਜੀ ਅੰਤਰ ਵਿਅਕਤੀਗਤ ਜਾਂ ਪਾਰਸਪਰਿਕ ਸੰਬੰਧ ਦੀ ਬੁੱਧੀ। ਇਹ ਕੀ ਹੈ? ਇਹਨੂੰ ਕਹਿੰਦੇ ਜੀ ਇੰਟਰਾਪਰਸਨਲ ਇੰਟੈਲੀਜੈਂਸੀ। ਸੋ ਇਹਦੇ ਵਿੱਚ ਕੀ ਹੈ? ਅੰਤਰ ਵਿਅਕਤੀਗਤ ਬੁੱਧੀ ਵਿੱਚ ਦੂਜਿਆਂ ਨੂੰ ਸਮਝਣ ਦੀ ਯੋਗਤਾਵਾਂ ਨਿਹਿਤ ਹਨ ਜੀ, ਸ਼ਾਮਲ ਨੇ ਜੀ। ਔਰ ਇਸ ਦਾ ਅਰਥ ਹੈ ਖੁਦ ਤੋਂ ਇਲਾਵਾ ਵਿਅਕਤੀ ਅਤੇ ਹੋਰਾਂ ਨਾਲ ਆਪਣੇ ਸੰਬੰਧ। ਔਰ ਇਸ ਤੋਂ ਇਲਾਵਾ ਇਸ ਵਿੱਚ ਦੂਜਿਆਂ ਦੇ ਗਿਆਨ 'ਤੇ ਆਧਾਰਿਤ ਉਤਪਾਦਕ ਰੂਪ ਤੋਂ ਕਿਰਿਆ ਕਰਨ ਦੀ ਯੋਗਤਾ ਜਿਹੜੀ ਉਹ ਸ਼ਾਮਲ ਹੈ ਜੀ। ਅੰਦਰੂਨੀ ਵਿਅਕਤੀਗਤ ਬੁੱਧੀ, ਇਸ ਵਿੱਚ ਆਪਣੇ ਖੁਦ ਦੇ ਅੰਦਰੂਨੀ ਪਹਿਲੂਆਂ ਦਾ ਗਿਆਨ, ਸਵੈ ਭਾਵਨਾਵਾਂ ਅਤੇ ਸੰਵੇਗਾਂ ਇਮੋਸ਼ਨ ਤੱਕ ਪਹੁੰਚ ਜਿਹੜੀ ਆ ਉਹ ਸ਼ਾਮਲ ਹੈ ਜੀ ਅੰਦਰੂਨੀ ਵਿਅਕਤੀਗਤ ਬੁੱਧੀ ਦੇ ਵਿੱਚ। ਇੰਟਰਾ ਪਰਸਨਲ ਇੰਟੈਲੀਜੈਂਸ, ਇਹਦੇ ਵਿੱਚ ਕੀ ਹੈ? ਖੁਦ ਦੇ ਨਾਲ ਸੰਬੰਧਿਤ ਪਹਿਲੂਆਂ ਦਾ ਗਿਆਨ, ਸਵੈ ਭਾਵਨਾਵਾਂ ਅਤੇ ਇਮੋਸ਼ਨ ਦੇ ਪਹੁੰਚ ਜਿਹੜੀ ਉਹ ਸ਼ਾਮਲ ਹੈ ਜੀ। ਸੋ ਇਹ ਸੀ ਜੀ ਬੁੱਧੀ ਦੇ ਇੰਪੋਰਟੈਂਟ ਸਿਧਾਂਤ। ਇਹਦੇ MCQs ਨੈਕਸਟ ਵੀਡੀਓ ਦੇ ਵਿੱਚ ਕੱਲ੍ਹ ਤੁਹਾਨੂੰ ਮਿਲ ਜਾਣਗੇ ਜੀ। ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਜ਼ਰੂਰ ਕਰਨਾ। ਔਰ ਹੋਰ ਵੀਡੀਓ ਦੇਖਣ ਦੇ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਸੋ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ।